गुरु आसा महला पंजवा। जिस नीच को कोई ना जाने, नाम जपत यो चौकुट मानै। दर्शन मांगो देह प्यारे, तुमरी सेवा कौन कौन न तारे। जाके निकट न आवे कोई, सगल सृष्ट यूं आके चरण मल धोय। जो प्राणी काहू न आवत काम, संत प्रसाद ताको जपिए नाम। साध संग मन सोवत जागे, तब प्रभ नानक मीठे लागे। सिमरो सिमर सिमर सुख भाव, कल कलेश तन माहे मिटाओ। ज़ाहरा ज़हूर हाजरा हजूर, सर्व कला समरथ लोक परलोक दे रखियक भगत वशल। ज्ञान दे सागर गुरुआं दे गुरु धन धन श्री गुरु ग्रंथ साहिब महाराज जी की पावन पवित्र गोद हजूरी दे विच गुर शब्द दे नाल जुड़ बैठी जुड़ रही साध संगत जी धनता दे योग। बड़भागे हो सतगुरु जी ने मेहर दया कृपा की है। जो जीवन दे सवास हैं या जो जीवन साडा बाकी बचिया रहिंदा है, उसनूं लेखे विच और सफल करन दा समां बख्शिया। सो महाराज जी मेहर करन, जिस समय दे विच असीं गुरु दे नाल जुड़े हाँ और जिस समय दे विच असीं अपने कार विहार करने हैं, जिस समय दे विच असीं कोई भी कार्य करना है, वो सारा ही समा गुरु दी याद विच गुरु दे लिखे लग जावे। सफल मूर्त सफला घड़ी जित सच्चे नाल प्यार, धन सो वेला जित दर्शन करना हों बलहारी सतगुर चरना। जी के दाते प्रीतम प्रभ मेरे, मन जीवै प्रभ नाम च तेरे। सो साढ़े 24 घंटे 8 पैर जड़े ने परमात्मा की याद दे विच लंघ जाण, भावें औखा है। इस तरह 24 घंटे मुश्किल होंदा है, पर जे वो चाहे मेहर कर दे, जिसनों बख्शे सिवत सालाह नानक पातशाही पातशाह। वो चाहे तो करवा भी सकता है, वो चाहे बुला सकता है, वो चाहे बिठा सकता है, वो चाहे तोड़ सकता है। क्योंकि करन करावन वाला वो आप है। वो सब कुछ आप ही करन वाला है। सिर्फ असी की करना है, असी उस दे अगे अरदास बेनती करनी है, उदम इशनान सानू बख्श लै, बख्श के अपने दर्शन दीदार देने। तो गुरु साहब जी जरूर मेहर करते हैं। महाराज जी के अगे की हुई अरदास प्रवान होंदी है, कबूल होंदी है। महाराज जी कदे भी इस तरह नहीं करते भी जो किसी ने बेनती की होवे उसनों पूरी ना कर। हाँ ये जरूर है, बेनती करने के तरीके ढंग में फ़र्क हो सकता है।
ਵਾਕਿਆ ਪ੍ਰਮਾਤਮਾ ਵੱਲੋਂ ਜਾਂ ਉਸ ਦੇ ਦਿੱਤੇ ਸਿਧਾਂਤ ਸਿੱਖਿਆ ਰਾਹੀਂ ਦਾਤ ਪ੍ਰਾਪਤ ਕਰਨ ਵਿੱਚ ਕੋਈ ਬਹੁਤੀ ਦੇਰ ਜਾਂ ਸਮਾਂ ਨਹੀਂ ਲੱਗਦਾ। ਸੋ ਇਸ ਲਈ ਗੁਰਬਾਣੀ ਸਾਨੂੰ ਆਪਣੇ ਜੀਵਨ ਨੂੰ ਸਫਲ ਸਾਰਥਕ ਬਣਾਉਣ ਦੇ ਲਈ ਇੱਕ ਬਹੁਤ ਪਿਆਰੀ ਸਿੱਖਿਆ, ਜਿਸ ਨੂੰ ਗਿਆਨ ਕਹਿੰਦੇ ਹਨ, ਉਸ ਰਾਹੀਂ ਸਾਨੂੰ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਜੋ ਉਸ ਦੀ ਗਿਆਨ ਰੂਪੀ ਕਿਰਪਾ ਨੂੰ ਪ੍ਰਾਪਤ ਕਰਦਾ ਹੈ, ਜਿਵੇਂ ਜਿੰਦਰੇ ਦੇ ਨਾਲ ਚਾਬੀ ਹੁੰਦੀ ਹੈ, ਚਾਬੀ ਨਾਲ ਤਾਲਾ ਖੁੱਲ੍ਹਦਾ ਜਾਂ ਜਿੰਦਰਾ ਖੁੱਲ੍ਹਦਾ। ਗੁਰਬਾਣੀ ਨੂੰ ਆਖਿਆ, ਗੁਰਬਾਣੀ ਨੂੰ ਕੁੰਜੀ ਆਖਿਆ। ਇਸ ਦੇ ਨਾਲ ਜਿੰਨੇ ਵੀ ਭਰਮ ਭੁਲੇਖੇ ਨੇ, ਜਿੰਨੇ ਵੀ ਕੋਈ ਡਾਊਟਸ ਨੇ ਬੰਦੇ ਦੇ ਅੰਦਰ, ਜਾਂ ਅਗਿਆਨਤਾ ਦਾ ਹਨੇਰਾ ਹੈ, ਸੋਝੀ ਨਹੀਂ ਹੈ, ਜਾਂ ਬੰਦੇ ਨੂੰ ਆਪਣੇ ਜੀਵਨ ਦੇ ਮਕਸਦ ਜਾਂ ਏਮ ਦਾ ਪਤਾ ਨਹੀਂ ਹੈ ਵੀ ਮੈਂ ਕਰਨ ਕੀ ਆਇਆ, ਮੈਂ ਬੈਠਾ ਕਿਉਂ ਹਾਂ, ਮੈਂ ਭੱਜਦਾ ਦੌੜਦਾ ਕਿਉਂ ਹਾਂ, ਜਿਸ ਨੂੰ ਇਹ ਨਹੀਂ ਪਤਾ, ਬਾਣੀ ਉਸ ਨੂੰ ਇਹ ਚੀਜ਼ ਸਮਝਾ ਦਿੰਦੀ ਹੈ ਜਾਂ ਜਨਾ ਦਿੰਦੀ ਹੈ। ਉਹ ਕੀ ਹੈ? ਉਹ ਬਾਣੀ ਦੇ ਵਿੱਚ ਹੀ ਲਿਖਿਆ ਵੀ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ, ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਹੇ ਮਾਲਕ ਦੇ ਬੰਦੇ, ਤੂੰ ਇਸ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਜੇ ਬਾਣੀ ਦੁਆਰਾ ਵਿਚਾਰ ਕਰੀਏ ਤਾਂ ਕੇਵਲ ਨਾਮ ਦੀ ਪ੍ਰਾਪਤੀ ਕਰਨ ਦੇ ਲਈ ਆਇਆ ਹੈ। ਨਾਮ ਦੀ ਪ੍ਰਾਪਤੀ, ਨਾਮ ਨੂੰ ਪ੍ਰਾਪਤ ਕਰਨਾ ਨਹੀਂ, ਨਾਮ ਨੂੰ ਮੰਨਣਾ ਹੈ। ਜੋ ਨਾਮ ਕਹਿੰਦਾ ਹੈ ਉਹ ਮੰਨਣਾ ਹੈ। ਉਸ ਨੂੰ ਹੀ ਕਮਾਈ ਕਹਿੰਦੇ ਹਨ, ਉਸ ਨੂੰ ਹੀ ਜੀਵਨ ਕਹਿੰਦੇ ਹਨ, ਉਸ ਨੂੰ ਹੀ ਬਚਨ ਕਮਾਉਣਾ ਕਹਿੰਦੇ ਹਨ। ਸੋ ਮਹਾਰਾਜ ਜੀ ਦੀ ਬਾਣੀ ਸਾਨੂੰ ਉਹ ਗੁਰਬਾਣੀ ਦੇ ਰਾਹੀਂ ਬਚਨ ਕਮਾ ਕੇ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣੀਆਂ ਉਹ ਭਾਵਨਾਵਾਂ ਜਿਹੜੀਆਂ ਨੇ ਅੰਦਰੋਂ ਪੈਦਾ ਕਰਨੀਆਂ ਨੇ ਅਤੇ ਪ੍ਰਗਟ ਕਰਨੀਆਂ ਹਨ, ਕਿਵੇਂ ਅਸੀਂ ਸੰਸਾਰ ਦੇ ਵਿੱਚ ਚੱਲਣਾ ਅਤੇ ਕਿਵੇਂ ਆਪਣੀ ਮੰਜ਼ਿਲ ਵੱਲ ਵਧਣਾ, ਇਹ ਸਭ ਕੁਝ ਗਿਆਨ ਰਾਹੀਂ ਹੀ ਸਾਨੂੰ ਪ੍ਰਾਪਤ ਹੋਇਆ ਅਤੇ ਪ੍ਰਾਪਤ ਹੋਏਗਾ। ਇਸ ਕਰਕੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਗਿਆਨ ਹੈ, ਅਤੇ ਇਸ ਗਿਆਨ ਨੂੰ ਸਾਨੂੰ ਆਪਣੇ ਜੀਵਨ ਦੇ ਵਿੱਚ ਕੇਵਲ ਸੁਣਨਾ ਮੰਨਣਾ ਨਹੀਂ ਚਾਹੀਦਾ, ਇਸ ਨੂੰ ਦ੍ਰਿੜ ਕਰਨਾ ਚਾਹੀਦਾ, ਪੱਕਾ ਕਰਨਾ ਚਾਹੀਦਾ। ਜਿਵੇਂ ਅਸੀਂ ਸਿਆਣੇ ਕਹਿੰਦੇ ਹਨ, ਮੇਰੀ ਗੱਲ ਆਪਣੇ ਪੱਲੇ ਨਾਲ ਬੰਨ੍ਹ ਲੈ। ਜਿਵੇਂ ਪੱਲੇ ਦੇ ਨਾਲ ਬੰਨੀ ਹੋਈ ਚੀਜ਼ ਨਾਲ ਨਾਲ ਹੀ ਰਹਿੰਦੀ ਹੈ, ਪੱਲੇ ਦੇ ਨਾਲ ਬੰਨੀ ਹੋਈ ਚੀਜ਼ ਨਾਲ ਨਾਲ ਹੀ ਰਹਿੰਦੀ ਹੈ, ਇਸੇ ਤਰ੍ਹਾਂ ਕਿਹਾ ਜਾਂਦਾ ਹੈ ਵੀ ਤੂੰ ਵੀ ਮੇਰੀ ਗੱਲ ਪੱਲੇ ਦੇ ਨਾਲ ਬੰਨ੍ਹ ਲੈ। ਅਤੇ ਗੁਰੂ ਮਹਾਰਾਜ ਜੀ ਵੀ ਸਾਨੂੰ ਕਹਿੰਦੇ ਨੇ ਵੀ ਮੇਰੀ ਗੱਲ, ਮੇਰਾ ਬਚਨ ਆਪਣੇ ਪੱਲੇ ਬੰਨ੍ਹ ਲੈ। ਮਤਲਬ ਇਹਨੂੰ ਆਪਣੇ ਕੋਲ ਰੱਖੀ, ਆਪਣੇ ਨਾਲ ਰੱਖੀ, ਸਾਂਭ ਕੇ ਰੱਖੀ, ਔਰ ਤੈਨੂੰ ਤੇਰੇ ਗੁਰੂ ਦੀ ਯਾਦ ਦਿਵਾਏਗਾ, ਤੈਨੂੰ ਗਲਤ ਕਰਮ ਕਰਨ ਤੋਂ ਰੋਕੇਗਾ। ਤੈਨੂੰ ਪੱਲੇ ਬੰਨਿਆ ਹੋਇਆ ਉਹ ਮੇਰਾ ਸਿਧਾਂਤ ਸਿੱਖਿਆ ਜਾਂ ਪੂੰਜੀ ਰਾਸ਼ੀ, ਉਹ ਤੇਰੇ ਕੰਮ ਆਏਗੀ, ਉਹ ਤੇਰੇ ਬਿਲਕੁਲ ਕੰਮ ਆਏਗੀ, ਤੈਨੂੰ ਰਸਤਾ ਦਿਖਾਏਗੀ। ਸੋ ਇਸ ਲਈ ਗਿਆਨ ਜਿਹੜਾ ਹੈ ਉਹ ਰਸਤਾ ਸਾਨੂੰ ਦਿਖਾਉਂਦਾ ਵੀ ਹੈ ਅਤੇ ਗਿਆਨ ਰਸਤੇ ਨੂੰ ਸਾਫ਼ ਵੀ ਕਰਦਾ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਪਾਵਨ ਪਵਿੱਤਰ ਸ਼ਬਦ ਜੋ ਅਸੀਂ ਸਰਵਣ ਕੀਤਾ, ਉਹਦੀ ਵਿਚਾਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਬੜੀ ਪਿਆਰੀ ਪੰਕਤੀ ਹੈ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਹੋ ਚਉ ਕੁੰਟ ਮਨ। ਜਿਸ ਮਾਲਕ ਨੂੰ ਪ੍ਰਾਪਤ ਕਰਨ ਦੇ ਲਈ ਉਹ ਲੋਕ ਜਿਨ੍ਹਾਂ ਨੂੰ ਸ਼ੂਦਰ ਸ਼੍ਰੇਣੀ ਦੇ ਵਿੱਚ ਜਾਂ ਜਿਨ੍ਹਾਂ ਨੂੰ ਬਹੁਤ ਦਬਲੇ ਕੁਚਲੇ, ਗਰੀਬ, ਪਿਛੜੇ ਹੋਏ ਲੋਕ ਕਹਿ ਕੇ ਦੁਤਕਾਰਿਆ ਜਾਂਦਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਕੋਈ ਆਪਣੇ ਲਵੇ ਜਾਂ ਲਾਗੇ ਨਹੀਂ ਬੈਠਣ ਦਿੰਦਾ,
ਜਿਨ੍ਹਾਂ ਦੇ ਨਾਲ ਲੋਕ ਨਫ਼ਰਤ ਕਰਦੇ ਸਨ, ਜਦੋਂ ਉਹਨਾਂ ਨੇ ਨਾਮ ਨੂੰ ਸਮਝਣਾ ਜਾਂ ਜਪਣਾ ਸ਼ੁਰੂ ਕੀਤਾ, ਉਹ ਨਾਮ ਦੇ ਦੁਆਰਾ ਬਹੁਤ ਉੱਚੇ ਸੁੱਚੇ ਅਤੇ ਵੱਡੇ ਬਣ ਗਏ। ਭਗਤ ਭਗਤ ਜਨ ਵੱਜਿਆ ਚਾਹੋ ਚੱਕਾਂ ਦੇ ਵਿੱਚ ਅਮਰੇਟਾ। ਜਿਵੇਂ ਵਾਰਾਂ ਦੇ ਵਿੱਚ ਲਿਖਿਆ ਵੀ ਭਾਈ ਗੁਰਦਾਸ ਜੀ ਨੇ, ਜਿਵੇਂ ਭਗਤ ਰਵਿਦਾਸ ਜੀ, ਉਹ ਚਾਰੇ ਪਾਸੇ ਉਹਨਾਂ ਦੀ ਜਿਹੜੀ ਹੈ ਜੈ ਜੈਕਾਰ ਜਿਹੜੀ ਹੋਈ, ਔਰ ਜਿਹਦੀ ਜੈ ਜੈਕਾਰ ਹੁੰਦੀ ਹੈ ਲੋਕ ਉਸ ਨੂੰ ਸੁਣਦੇ ਨੇ, ਉਸ ਦੇ ਪਿੱਛੇ ਜਾਂਦੇ ਨੇ ਵੀ ਇਸ ਦਾ ਇੰਨਾ ਨਾਮ ਕਿਉਂ ਹੈ। ਜਿਸ ਦਾ ਨਾਮ ਹੋਵੇ, ਜਿਸ ਚੀਜ਼ ਦੀ ਮਸ਼ਹੂਰੀ ਹੋਵੇ, ਬੰਦਾ ਉਸ ਨੂੰ ਫੜ ਕੇ ਜ਼ਰੂਰ ਇੱਕ ਵਾਰੀ ਦੇਖਦਾ ਵੀ ਇਹਦੇ ਵਿੱਚ ਹੈ ਕਿ ਇੱਕ ਵਾਰੀ ਇਸ ਵਸਤੂ ਨੂੰ ਖਰੀਦ ਕੇ ਵਰਤ ਕੇ ਤੇ ਦੇਖੀਏ, ਕਿਉਂਕਿ ਇਹਦੀ ਮਸ਼ਹੂਰੀ ਬਹੁਤ। ਇੱਦਾਂ ਵੀ ਨਹੀਂ ਹੁੰਦਾ ਕਿ ਮਸ਼ਹੂਰ ਚੀਜ਼ ਜਿਹੜੀ ਉਹ ਚੰਗੀ ਹੋਵੇ, ਇਹ ਵੀ ਨਹੀਂ ਹੈ। ਸੋ ਜਦੋਂ ਕੁਆਲਿਟੀ ਸਾਡੇ ਸਾਹਮਣੇ ਆਉਂਦੀ ਹੈ, ਫਿਰ ਚੀਜ਼ ਦਾ ਪਤਾ ਲੱਗਦਾ ਵੀ ਇਹ ਚੀਜ਼ ਕੋਈ ਪਾਏਦਾਰ ਹੈ ਜਾਂ ਇਸ ਚੀਜ਼ ਦੀ ਕੀਮਤ ਹੈ। ਜਦੋਂ ਉਸ ਚੀਜ਼ ਨੂੰ ਅਸੀਂ ਮਾਨਾਂਗੇ ਜਾਂ ਵਰਤਾਂਗੇ, ਸਾਨੂੰ ਫਿਰ ਪਤਾ ਲੱਗੇਗਾ। ਅਤੇ ਗੁਰੂ ਦੇ ਗਿਆਨ ਨੂੰ ਜਦੋਂ ਅਸੀਂ ਪ੍ਰਾਪਤ ਕੀਤਾ ਜਾਂ ਜਦੋਂ ਦੇ ਅਸੀਂ ਵਰਤ ਰਹੇ ਹਾਂ, ਮਤਲਬ ਇਸਤੇਮਾਲ ਕਰ ਰਹੇ ਹਾਂ, ਗਿਆਨ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ ਰਹੇ ਹਾਂ, ਸੋ ਮਹਾਰਾਜ ਜੀ ਕਹਿੰਦੇ ਜਿਸ ਨੇ ਇਸ ਤਰ੍ਹਾਂ ਕੀਤਾ, ਉਹ ਭਾਵੇਂ ਜੈਸਾ ਮਰਜ਼ੀ ਹੈ ਜਾਂ ਸੀ, ਜਿਸ ਨੂੰ ਕੋਈ ਵੀ ਦੇਖਣਾ ਪਸੰਦ ਨਹੀਂ ਸੀ ਕਰਦਾ, ਕੋਈ ਵੀ ਆਪਣੇ ਲਾਗੇ ਨਹੀਂ ਸੀ ਬੈਠਣ ਦਿੰਦਾ, ਲੋਕ ਉਹਨਾਂ ਨੂੰ ਨਮਸਕਾਰ ਕਰਨ ਲੱਗ ਪਏ। ਨਾਮ ਜਪਤ ਉਹ ਚੌਕੁੰਟ ਮਨ। ਨਾਮ ਦੀ ਬਰਕਤ ਨਾਲ ਉਹ ਸਾਰੇ ਜਗਤ ਦੇ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਮਿਲਣ ਲੱਗਾ। ਸੋ ਜਦੋਂ ਇਹ ਪੰਕਤੀ ਅਸੀਂ ਪੜ੍ਹੀ ਦੀ ਹੈ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਕੁੰਟ ਮਨ, ਅਤੇ ਫਿਰ ਸਾਡੇ ਸਾਹਮਣੇ ਭਗਤਾਂ ਦਾ ਜੀਵਨ ਆਉਂਦਾ, ਜਿਹੜੇ ਬੜੇ ਹੀ ਗਰੀਬ ਔਰ ਜਿਨ੍ਹਾਂ ਨੂੰ ਲੋਕਾਂ ਨੇ ਨੀਵੇਂ ਅਤੇ ਨੀਚ ਕਹਿ ਕੇ ਆਖਿਆ ਸੀ, ਅਤੇ ਗੁਰੂ ਸਾਹਿਬ ਨੇ ਕੀ ਕੀਤਾ, ਉਹਨਾਂ ਨੂੰ ਹੀ ਆਪਣੇ ਬਣਾਇਆ, ਉਹਨਾਂ ਨੂੰ ਹੀ ਆਪਣੇ ਬਣਾਇਆ। ਨਾਨਕ ਤਿਨਕੇ ਸੰਗ ਸਾਥ ਵੱਡਿਓ ਸਿਉ ਕਿਆ ਰੀਸ, ਵੀ ਉਹਨਾਂ ਨੂੰ ਹੀ ਆਪਣੇ ਬਣਾਇਆ। ਭਾਵੇਂ ਉਹ ਕੋਈ ਵੀ ਸਨ, ਪਰ ਉਹ ਅੰਦਰੋਂ ਜਿਹੜੇ ਸੀ ਜੁੜੇ ਸਨ। ਅੱਜ ਦੇ ਯੁੱਗ ਦੇ ਵਿੱਚ ਵੀ ਭਾਵੇਂ ਕੋਈ ਜੈਸਾ ਮਰਜ਼ੀ ਹੋਵੇ, ਜਿਸ ਮਰਜ਼ੀ ਧਰਮ ਦਾ ਹੋਵੇ, ਜਾਤ ਦਾ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਉਹ ਜੁੜਿਆ ਹੋਣਾ ਚਾਹੀਦਾ। ਬਸ ਜੁੜਿਆ ਹੋਣਾ ਚਾਹੀਦਾ ਸਾਨੂੰ, ਹੋਰ ਕੋਈ ਮਤਲਬ ਨਹੀਂ ਹੈ। ਉਹ ਕਿਸ ਧਰਮ ਵਿੱਚ ਪੈਦਾ ਹੋਇਆ, ਕਿਹੜੀ ਉਸ ਦੀ ਜ਼ਾਤ ਹੈ, ਕਿਹੜਾ ਉਸ ਦਾ ਗੋਤ ਹੈ, ਗੁਰੂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਸਾਨੂੰ ਵਸਤੂ ਨਾਲ ਮਤਲਬ ਹੈ। ਧਿਆਨ ਦੇਣਾ, ਸਾਨੂੰ ਵਸਤੂ ਨਾਲ ਮਤਲਬ ਹੈ। ਜਿਹੜੇ ਹੋਟਲਾਂ ਦੇ ਵਿੱਚ ਕੁੱਕ ਖਾਣਾ ਪਕਾ ਕੇ ਖਵਾਉਂਦੇ ਨੇ, ਸਾਨੂੰ ਕੁੱਕ ਨਾਲ ਬਹੁਤਾ ਉਹਦੀ ਜਾਣਕਾਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਦੋਂ ਖਾਣਾ ਵਧੀਆ ਸਵਾਦ ਲੱਗਦਾ, ਅਸੀਂ ਕਹਿੰਦੇ ਵੀ ਜਿਸ ਨੇ ਬਣਾਇਆ ਉਹ ਬਹੁਤ ਸਿਆਣਾ, ਜਿਸ ਨੇ ਸੋਹਣੇ ਤਰੀਕੇ ਨਾਲ ਪਰੋਸ ਕੇ ਲਿਆਂਦਾ ਉਹ ਵੀ ਬਹੁਤ ਸਿਆਣਾ। ਇਸ ਕਰਕੇ ਜਿਹਨੂੰ ਕੋਈ ਨਹੀਂ ਪੁੱਛਦਾ, ਜਿਹਨੂੰ ਕੋਈ ਨਹੀਂ ਜਾਣਦਾ, ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਉਹ ਚਾਰੇ ਦਿਸ਼ਾਵਾਂ ਦੇ ਵਿੱਚ, ਉੱਤਰ ਦੱਖਣ ਪੂਰਬ ਪੱਛਮ, ਉਹ ਸਾਰੇ ਸੰਸਾਰ ਦੇ ਵਿੱਚ ਉਸ ਦਾ ਆਦਰ ਮਾਨ ਇੱਜ਼ਤ ਮਾਨ ਹੋਣ ਲੱਗ ਜਾਂਦੀ ਹੈ। ਕਿਉਂਕਿ ਬਾਣੀ ਦੀ ਜਿਹੜੀ ਪੰਕਤੀ ਉਹ ਪੜ੍ਹ ਲੈਂਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਧਾਮ ਕੋ ਸ਼ਿਪਰੋ ਹੋਇਓ ਲਾਖੀਨਾ। ਵੀ ਜਿਨ੍ਹਾਂ ਨੇ ਗੋਬਿੰਦ ਨੂੰ ਜਪਿਆ, ਜਿਨ੍ਹਾਂ ਨੇ ਗੋਬਿੰਦ ਦੇ ਨਾਲ ਆਪਣਾ ਮਨ ਲਾਇਆ, ਉਹਨਾਂ ਦੀ ਕੀਮਤ ਜਿਹੜੀ ਹੈ ਬਹੁਤ ਜ਼ਿਆਦਾ ਹੋਈ, ਬਹੁਤ ਜ਼ਿਆਦਾ। ਕੀਮਤ ਦਾ ਮਤਲਬ ਕਦਰ, ਕਦਰ ਦਾ ਮਤਲਬ ਪਸੰਦ ਕਰਨਾ। ਉਹਨਾਂ ਨੂੰ ਮਾਲਕ ਨੇ ਪਸੰਦ ਕੀਤਾ।
उन्हां दी वाह 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 करे सही जन सोहणे तिनको प्रजा पूजन आई। वो सोहणे बने, वो चंगे बने ते उन्हां दी सारे पासे वडियाई कीती गई। सारिਆਂ ने चरनां दे विच मत्था टेकिया। इस लई जे किसी के मन में इंज है भी मैनू कोई पुछदा ही नहीं, मेरी कोई कदर नहीं। कई बार बंदा इस तरह भी कह दिंदा मेरी बाहर तो छड्डो घर विच भी कोई कदर नहीं। जे इस तरह की भी चीज़ बन गई है तो गुरु साहब जी कहते ने तू नाम का सहारा लै। जिहड़े तेरी कदर नहीं करते वो तेरे पिछे पिछे लगे फिरनगे, वो तेरी कदर करनगे, वो तेरे को पुछणगे, तेरे को सलाह लैणगे। सिर्फ ज्ञान प्राप्त कर नाम राही, क्योंकि नाम जिहड़ा सानू परिवार विच संसार दे विच जीवन का ढंग सिखाउंदा। जदों सानू जीवन दे जीवन का ढंग बाणी ने सिखा दिता, साडे लड़ाई झगड़े घट जाने ने, खत्म हो जाने ने, अपने आप शांति रहनी। जदों किसी को जीवन का ढंग नहीं है, जीवन का ढंग नहीं है, वो लड़दा भी है, बहस भी करता, झगड़दा भी है और बड़ा कुछ करता है। जिसनों जीवन जीवन का ढंग नहीं वो कलेश भी करता है। जदों मनुख नूं ज्ञान मिल जाता है, गुरु महाराज जी की बख्शिश हो जाती है, फिर वो सोच समझ के बोलता है, सोच समझ के किधरे बहिंदा, सोच समझ के किधरे जाता, सोच समझ के हर कोई चीज़ नूं हत्थ पाउंदा, एवें नहीं। क्योंकि उन्होंने सोझी हो जाती है मैं कित्थे की बोलना, कित्थे बहुत बोलना, कित्थे घट बोलना, कित्थे चुप रहना। उन्होंने सारा ज्ञान हो जाता, कित्थे बहस करनी, कित्थे नहीं करनी, की करना। ये सारा कुछ ज्ञान राही प्राप्त असीं रोज़ करते हैं, ये उसनों प्राप्त हो जाता। सो इसलिए जो नाम जपेगा, महाराज जी कहते ਉਹਦੀ ਸਾਰੀਆਂ ਦਿਸ਼ਾਵਾਂ ਦੇ ਵਿੱਚ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਹੀ ਉਹਦੀ ਜੈ ਜੈਕਾਰ ਹੋ ਜਾਵੇਗੀ। ਸੋ ਇਸ ਲਈ ਉਸ ਨੂੰ ਯਾਦ ਕਰ। ਜੇ ਤੂੰ ਖਾਸ ਬਣਨਾ ਚਾਹੁੰਦਾ ਹੈ ਉਸ ਦੇ ਨਾਲ ਜੁੜ ਜਿਸ ਨੂੰ ਲੋਕ ਲੋਚਦੇ ਹਨ। दर्शन मांगो दे प्यारे, तुमरी सेवा कौन कौन ना तारे। हे मेरे मालिक, मैं आप जी का दर्शन मंगदा हाँ, आप जी की सेवा मंगदा हाँ। असी सारे महाराज जी कोलों दर्शन भी मंगने ने। दर्शन मांगो दे प्यारे, जिथे महाराज जी के दर्शन मंगने ने उत्थे सेवा भी मंगनी है। दर्शन करन तो बाद महाराज जी ड्यूटी लाउंदे ने। ड्यूटी का मतलब होंदा सेवा। जदों असी गुरु नूं आ मिलते हाँ, गुरु दे नाल गलबात करते हैं, उस तो बाद गुरु सानू की करदा, साडी ड्यूटी लाउंदा, साडी सेवा लाउंदा। जदों सेवा लाउंदा है, सेवा करते हैं, साडा कर्म बनदा। जदों कर्म बनदा तो फिर साडा जीवन जिहड़ा है वो बहुत प्यारा बनता है, गुरमत वाला बनता। सो इस करके गुरु साहब जी फरमान करते हैं, उस मालक तो मैं दर्शन मंगदा हाँ, उसका प्यार मंगदा हाँ, उसका भला मंगदा हाँ। सो जिहड़ा दर्शन की इच्छा रखता है उसका भला ही भला। दर्शन मांगो देह प्यारे, मैनू अपना दर्शन दीदार बख्श। दर्शन दीदार मतलब मैनू गुरबाणी दे दर्शन करवाओ, मैनू सच दे दर्शन करवाओ, मैनू गुरु दे चरनां दे नाल जुड़न दे दर्शन करवाओ, तरीका सिखाओ। दर्शन मांगो देह प्यारे, तुमरी सेवा कौन कौन ना तारे रहो। सो गुरु साहब जी फरमान करते हैं कि उसकी कीती हुई सेवा जिहड़ी है पतत पावन हर बिरद सदा एक तिल नहीं भन्ने घाले। ओदी कीती सेवा तिल जिन्नी भी जिहड़ी है वो बेअर्थ नहीं या नहीं जाती। इस करके गुरु साहब का फरमान है पिते तुमरी सेवा कौन कौन ना तारे। इस संसार सागर तो
ਉਹ ਪਾਰ ਲੰਘੇ ਨੇ ਜਿਨ੍ਹਾਂ ਨੇ ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ। ਗੁਰਬਾਣੀ ਨੂੰ ਸੁਣਨਾ, ਗੁਰਬਾਣੀ ਨੂੰ ਪੜ੍ਹਨਾ, ਇਹ ਵੀ ਇੱਕ ਸੇਵਾ। ਗੁਰਬਾਣੀ ਦੇ ਮੁਤਾਬਕ ਚੱਲਣਾ, ਇਹ ਵੀ ਇੱਕ ਸੇਵਾ। ਤੁਮਰੀ ਸੇਵਾ ਕੌਣ ਕੌਣ ਨਾ ਤਾਰਿਆ। ਜਿਸ ਨੇ ਤੇਰੀ ਸੇਵਾ ਭਗਤੀ ਕੀਤੀ, ਤੂੰ ਉਹਨਾਂ ਸਾਰਿਆਂ ਨੂੰ ਹੀ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ, ਮਤਲਬ ਪਾਰ ਲੰਘਾ ਦਿੱਤਾ। ਉਹਨਾਂ ਸਾਰਿਆਂ ਨੂੰ ਹੀ ਤੂੰ ਪਾਰ ਕਰ ਦਿੱਤਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ, ਜਾਂ ਤਿਸ ਭਾਵੇ ਤਾਂ ਹੁਕਮ ਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ, ਜਾਕੇ ਨਿਕਟ ਨ ਆਵੇ ਕੋਈ, ਸਗਲ ਸਿਟੋ ਆ ਕੇ ਚਰਨ ਮਲ ਧੋਈ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਦੱਸਿਆ ਵੀ ਕਿਸੇ ਨੂੰ ਗਰੀਬ ਜਾਣਗੇ, ਕਿਸੇ ਨੂੰ ਕੰਗਾਲ ਜਾਣਗੇ, ਕਿਸੇ ਨੂੰ ਨੀਚ ਜਾਣਗੇ, ਕਿਸੇ ਨੂੰ ਮਾੜਾ ਜਾਣਗੇ। ਜਦੋਂ ਉਹਦੇ ਕੋਲ ਕੋਈ ਨਹੀਂ ਸੀ ਆਉਂਦਾ, ਪਰ ਇੱਕ ਦਿਨ ਐਸਾ ਜ਼ਿੰਦਗੀ ਦੇ ਵਿੱਚ ਉਹ ਲਿਆ ਦਿੰਦਾ ਜਾਂ ਲਿਆ ਸਕਦਾ, ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ। ਤੇ ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਸੇਵਾ ਦੇ ਵਿੱਚ ਲੱਗ ਜਾਂਦੀ ਹੈ, ਉਹਦੀ ਮੈਲ ਧੋ ਦਿੰਦੀ ਹੈ, ਉਸ ਨੂੰ ਸਾਫ਼ ਸੁਥਰਾ ਕਲੀਨ ਕਰ ਦਿੰਦੀ ਹੈ। ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹਾਂ ਕੇ ਚਰਨ ਧੋਈ। ਜਿਵੇਂ ਧੋਬੀ ਕੱਪੜੇ ਧੋਂਦਾ ਨਾ, ਇਸ ਤਰ੍ਹਾਂ ਉਹਦੇ ਕਰਮ ਜਿਹੜੇ ਨੇ ਮਾੜੇ, ਉਹ ਬਿਲਕੁਲ ਸਾਰੇ ਹੀ ਸਾਫ਼ ਹੋ ਜਾਂਦੇ ਹਨ। ਕਿਉਂਕਿ ਸੰਸਾਰ ਦੇ ਵਿੱਚ ਜਿੱਥੇ ਉਸ ਦੀ ਸਿਫਤ ਹੁੰਦੀ ਹੈ, ਉੱਥੇ ਉਸ ਦੀ ਨਿੰਦਿਆ ਵੀ ਹੁੰਦੀ ਹੈ। ਨਿੰਦਿਆ ਕਰਨ ਵਾਲਾ ਦੂਸਰੇ ਦੇ ਸਾਰੇ ਪਾਪ ਧੋ ਦਿੰਦਾ। ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ। ਸਾਰੀ ਹੀ ਲੁਕਾਈ ਜਿਹੜੀ ਹੈ ਉਹਦੀ ਸੇਵਾ ਦੇ ਵਿੱਚ, ਉਹਦੇ ਚਰਨ ਧੋਣ ਦੇ ਵਿੱਚ, ਮਤਲਬ ਉਹਦੀ ਸੇਵਾ ਦੇ ਵਿੱਚ ਖੜੀ ਰਹਿੰਦੀ ਹੈ। ਉਸ ਦੀ ਆਗਿਆ ਜਿਹੜੀ ਹੈ ਉਹ ਲੈਣ ਦੀ ਕੋਸ਼ਿਸ਼ ਕਰਦੀ ਹੈ ਵੀ ਇਹ ਆਗਿਆ ਦੇਵੇ ਤੇ ਅਸੀਂ ਕੁਝ ਕਰੀਏ। ਉਹਦੀ ਸਾਗਰੀ ਸਾਰੀ ਸ੍ਰਿਸ਼ਟੀ ਜਿਹੜੀ ਉਹਦੀ ਗੁਲਾਮ ਬਣ ਜਾਂਦੀ। ਇੰਝ ਕਹਿ ਸਕਦੇ ਹਾਂ, ਜਿਹੜਾ ਕੋਈ ਗੁਰਮੁਖ ਪਿਆਰਾ ਹੈ, ਸਤਿਪੁਰਖ ਹੈ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਲਈ ਪ੍ਰਮਾਤਮਾ ਹੈ। ਉਹਦੇ ਲਈ ਹਰ ਰੰਗ ਉਸ ਜਗ੍ਹਾ ਦੇ ਵਿੱਚ ਹੈ, ਉਸ ਤਰੀਕੇ ਦੇ ਵਿੱਚ ਹੈ, ਉਸ ਜੀਵਨ ਦੇ ਵਿੱਚ ਹੈ ਜਿਹੜਾ ਕਿਸੇ ਨੂੰ ਉਹ ਮਿਲਿਆ। ਤੋ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੇ ਕਿਧਰੇ ਇਹ ਜੀਵਨ ਕਿਸੇ ਦੇ ਕੋਲ ਬਚਿਆ, ਜਿਸ ਨੂੰ ਮਨੁੱਖਾ ਦੇਹੀ ਕਹਿੰਦੇ ਹਨ, ਤੇ ਉਸ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਜੁੜ ਕੇ, ਰੱਬ ਦੀ ਗੱਲ ਕਰਕੇ ਸੁਣ ਕੇ ਤੇ ਪ੍ਰਮਾਤਮਾ ਦੇ ਲਾਗੇ ਬਹਿ ਜਾ, ਤੇ ਲਾਗੇ ਹੋਣ ਦੇ ਨਾਲ ਦੁਨੀਆ ਫਿਰ ਤੈਨੂੰ ਦੇਖਣ ਦੇ ਲਈ ਤਰਸੇਗੀ। ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ। ਜਿੰਝ ਵੀ ਕਹਿ ਸਕਦੇ ਹਾਂ, ਜਦੋਂ ਕਿਸੇ ਦੇ ਕੋਲ ਕੋਈ ਗਿਆਨ ਆ ਜਾਂਦਾ, ਕੋਈ ਵਿੱਦਿਆ ਆ ਜਾਂਦੀ ਹੈ, ਕੋਈ ਨੁਕਤਾ ਆ ਜਾਂਦਾ, ਧਿਆਨ ਦੇਣਾ, ਜੇ ਕੁਛ ਸਾਡੇ ਸਰੀਰ ਦੀ ਕੋਈ ਦਰਦ ਦੂਰ ਕਰਦਾ ਹੋਵੇ, ਕੋਈ ਇਨਸਾਨ, ਕੋਈ ਆਦਮੀ ਸਾਨੂੰ ਦੱਸ ਪਏ, ਅਸੀਂ ਭੱਜੇ ਉਸ ਕੋਲ ਜਾਂਦੇ ਹਾਂ ਵੀ ਉਹ ਸਾਡੀ ਦਰਦ ਦੂਰ ਕਰ ਦੇਗਾ। ਅਸੀਂ ਉਸ ਕੋਲ ਦੌੜੇ ਜਾਂਦੇ ਹਾਂ ਦਰਦ ਦੂਰ ਕਰਾਉਣ ਦੇ ਲਈ। ਤੇ ਬਾਣੀ ਦੇ ਵਿੱਚ ਤਾਂ ਇੰਨਾ ਕੁਛ ਲਿਖਿਆ, ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਅੰਤਾ ਸੁਖ ਰਾਸ, ਤਾਗੋ ਬਿਗਨਾ ਕੋ ਲਾਗੇ ਜਾਗੀ ਪ੍ਰਭ ਆਗੇ ਅਰਦਾਸ। ਬਾਣੀ ਦੇ ਬਹੁਤ ਚਿਰਦੀ ਹੈ ਜੇ ਕਹਿ ਰਹੀ ਹੈ ਕਿੰਨੀ ਕੁ ਦੁਨੀਆ ਜਿਹੜੀ ਗੁਰੂ ਦੇ ਕੋਲ ਆਪਣੇ ਤਿੰਨੇ ਤਾਪ ਨੂੰ ਦੂਰ ਕਰਨ ਦੇ ਲਈ ਆਉਂਦੀ ਹੈ, ਬਹੁਤ ਘੱਟ। ਉਹ ਤਾਂ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਨਹੀਂ ਵੀ ਇੱਥੋਂ ਹੀ ਜੇ ਹੋ ਸਕਦਾ। ਉਹਨਾਂ ਨੂੰ ਬਿਲਕੁਲ ਵੀ ਭਰੋਸਾ ਨਹੀਂ ਇੱਥੋਂ ਇਹ ਕੁਝ ਹੋ ਸਕਦਾ ਹੈ। ਬਾਣੀ ਨੇ ਕਹਿ ਦਿੱਤਾ, ਦੀਨ ਦਰਦ ਦੁੱਖ ਭੰਜਨਾ ਘਟ ਘਟ, ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਸਾਦ। ਜੇ ਬਾਣੀ ਨੇ ਲਿਖਿਆ ਵੀ ਬਾਣੀ ਦਰਦ ਦੂਰ ਕਰਦੀ ਹੈ, ਇਹਦਾ ਮਤਲਬ ਬਾਣੀ ਕਰਦੀ ਹੋਏ ਮੰਨ ਲੈਣਾ ਚਾਹੀਦਾ।
दुख दर्द भरम ताका भागी, दुख दर्द भरम ताका भागी। ਉਹਦਾ दुख दर्द ते भरम महाराज जी कहते बिल्कुल भज जाता है ਜਾਂ चला जाता है। कदों ਜਦੋਂ कोई परमात्मा ਦੇ निकट बैठना शुरू करता है, फिर निरभौ जपे सगल भौ मिटे। फिर डर जिहड़ा वो खत्म होना शुरू हो जाता है। डर करके ही मनुख चिंता विच है। जे डर ना होवे तो चिंता नहीं, जे चिंता नहीं तो डर नहीं, तो जे दोनों चीज़ां नहीं तो बंदा सुखी ही सुखी। सो इसलिए गुरु साहब जी बहुत सोहने प्यारे प्रमाण दे रहे हैं। सगल सिष्ट आके चरण मल धोई, सारी लुकाई जड़ी है ਉਹਦੇ मल मल के पैर धोन लग पैंदी है। मतलब ਉਹਦੇ सन्मुख आके हथ जोड़ के सेवा दे लई बेनतियां करदी है। जो प्राणी काहू ना आवत काम, जिहड़ा इंसान पहला कुछ भी करन जोगा नहीं सी। जां सौखी उदाहरण लेंदे हैं, जदों कोई डिग्री करके अजे नौकरी प्राप्त नहीं करता, उदों तक उन्होंने कोई नहीं पुछदा। जदों किसी नूं जिसने ला किया होवे, कानून की पढ़ाई पढ़ी होवे, वो वकील बन जाए, जज बन जाए, तो लोग जिहड़े ने उहदे अगे पिछे जिहड़े ने भजदे फिरदे ने। पर जदों तक उन्होंने कोई नौकरी नहीं सी मिली जां वो लगा नहीं सी अपनी जॉब ते, उदों तक उसनूं कोई पुछदा नहीं सी, सलाह तक कोई नहीं लैंदे सी। पर जदों वो किसी अहुदे नूं प्राप्त कर गया, किसी अवस्था नूं प्राप्त कर गया, किधरे पहुँच गया, तो फिर महाराज जी कहते लोकी ਉਹਦੇ अगे पिछे सगल सिट उहाँ के चरण मल धोई। सारी सिटी जिहड़ी है उसकी सेवा दे विच सामने सन्मुख खड़ी हुंदी है। मतलब ਉਹਦੀ उਡੀक करदी है, ਉਹਨੂੰ इज्जत दिंदी है, ਉਹਨੂੰ मान दिंदी है, ਉਹਨੂੰ देखना चाहती है। क्यों? क्योंकि उसने अपने विचों जिहड़ा गुण सी उसनूं प्रगट करके संसार दे विच फैला दिता। सो गुण करके ही लोग कदर करते हैं, अवगुण करके लोग पिछे हट जाते हैं। जो प्राणी काहू ना आवत काम, संत प्रसाद ताको जपीए नाम। जिहड़ा मनुख किसे जोगा नहीं है, मतलब अपने जोगा भी नहीं है। कई लोग अपने जोगे होंदे ने, दूजे जोगे नहीं होंदे, कि अपने जोगे भी नहीं होंदे। जो प्राणी काहू ना आवत काम, जिहड़ा मनुख किसे दे काम नहीं आउंदा, बाणी विच लिखिआ, जिहड़ा मनुख किसी का कारज सवारन जोगा नहीं है, जिहड़ा मनुख किसी की मदद नहीं करता, जां किसी दे काम नहीं आउंदा, किसी नूं सब कुछ हुंदिया होया भी जवाब दिंदा है। जो प्राणी काहू ना आवत काम, संत प्रसाद आगो जपीए नाम। तो उसनों चाहिए भी वो संगत करे, साधुआं की संतां की, मतलब गुरमुख प्यारियां की, गुरु साहब की। वो संगत विच नाम जपे, उन्होंने पता लग जाएगा भी मैं कौन हाँ। उन्होंने पता लग जाएगा भी मैं बहुत वड्डी ताकत हाँ, पैसे करके नहीं, अहुदे करके नहीं। ये मनुखा देही दे विच ज्ञान प्राप्त करना ही बहुत वड्डी प्राप्ति ते ताकत है। संत प्रसाद जाको ताको जपीए नाम। और संगत विच जाके गुरु के प्यारियां कोल जाके नाम जपन दे नाल, नाम सुनन दे नाल बरकत आउंदी है। साध संग मन सोवत जागे। सो संगत विच जाके महाराज जी कहते सुते हुए भी जागते हैं। मतलब जिन्होंने कुछ पता नहीं होंदा, अज्ञानी होंदे ने, उन्हां दी भी अख जिहड़ी है खुल जाती है। साध संग मन सोवत जागै, तब प्रभ नानक मीठे लागे। जदों कोई इस तरह
ਗੁਣ ਗਾਉਂਦਾ ਹੈ, ਗੁਰੂ ਨਾਨਕ ਨੂੰ ਯਾਦ ਰੱਖਦਾ ਹੈ। ਸੋ ਮਹਾਰਾਜ ਜੀ ਕਹਿੰਦੇ ਉਹ ਪਿਆਰੇ ਜਿਹੜੇ ਨੇ, ਜਾਂ ਉਹ ਪਿਆਰਾ ਬਹੁਤ ਚੰਗਾ ਲੱਗਣ ਲੱਗ ਜਾਂਦਾ ਹੈ। ਉਹ ਪਿਆਰਾ ਬਹੁਤ ਹੀ ਸੋਹਣਾ ਲੱਗਦਾ ਹੈ। ਸੋ ਇਸ ਕਰਕੇ ਗੁਰੂ ਸਾਹਿਬ ਸਾਨੂੰ ਇਸ ਤਰ੍ਹਾਂ ਦਾ ਜੀਵਨ, ਪ੍ਰੈਕਟੀਕਲ ਜੀਵਨ ਦੀ ਹਦਾਇਤ ਵੀ ਕਰਦੇ ਨੇ, ਹੁਕਮ ਵੀ ਕਰਦੇ ਨੇ, ਔਰ ਕਈ ਥਾਂ ਬੇਨਤੀ ਵੀ ਕਰਦੇ ਨੇ ਵੀ ਇੱਦਾਂ ਕਰ ਲਓ, ਜੇ ਤਰਨਾ ਤਾਂ ਇਸ ਤਰ੍ਹਾਂ ਕਰ ਲਓ। ਜੇ ਆਪਣੀ ਕਦਰ ਅਸੀਂ ਆਪ ਨਾ ਪਾਈ, ਫਿਰ ਦੂਸਰੇ ਨੇ ਕੀ ਪਾਉਣੀ ਹੈ? ਫਿਰ ਦੂਸਰਾ ਨਹੀਂ ਕਦਰ ਪਾ ਸਕਦਾ। ਜਦੋਂ ਅਸੀਂ ਖੁਦ ਆਪਣੀ ਕਦਰ ਗਵਾ ਬੈਠਦੇ ਹਾਂ ਜਾਂ ਆਪਣੀ ਕਦਰ ਆਪ ਨਹੀਂ ਪਾਉਂਦੇ, ਫਿਰ ਦੂਸਰਾ ਵੀ ਸਾਡੀ ਕਦਰ ਨਹੀਂ ਪਾਉਂਦਾ। ਅਸੀਂ ਆਪਣੇ ਆਪ ਨੂੰ ਗੁਣਾਂ ਵਾਲੇ ਬਣਾਈਏ, ਆਪਣੇ ਆਪ ਨੂੰ ਚੰਗੇ ਬਣ ਕੇ ਦੱਸੀਏ, ਫਿਰ ਲੋਕ ਸੰਸਾਰ ਵੀ ਸਾਡੇ ਤੋਂ ਸੇਧ ਲੈ ਕੇ ਚੰਗਾ ਬਣਨ ਦੀ ਕੋਸ਼ਿਸ਼ ਕਰੇਗਾ, ਯਤਨ ਕਰੇਗਾ, ਵੀ ਉਹ ਚੰਗਾ ਬਣ ਹੀ ਜਾਏਗਾ। ਕਿਉਂਕਿ ਬਾਣੀ ਦੇ ਵਿੱਚ ਸਭ ਕੁਝ ਲਿਖਿਆ। ਬਾਣੀ ਦੱਸਦੀ ਹੈ ਵੀ ਚੰਗਾ ਬਣ ਜਾਏਗਾ। ਤਬ ਪ੍ਰਭ ਨਾਨਕ ਮਿੱਠੇ ਲਾਗੇ। ਮਿੱਠੇ ਦਾ ਮਤਲਬ ਵੀ ਚੰਗਾ ਲੱਗਣਾ। ਉਹ ਮਨੁੱਖ, ਦੁਨੀਆ ਦੇ ਲੋਕ ਰੱਬ ਨੂੰ, ਪਰਮਾਤਮਾ ਨੂੰ ਚੰਗੇ ਲੱਗਦੇ ਹਨ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ। ਇਹਦਾ ਭਾਵ ਅਰਥ ਗੁਰੂ ਸਾਹਿਬ ਜੀ ਸਾਡੇ ਹਿਰਦੇ ਵਿੱਚ ਵਸਾਉਣ। ਮਹਾਰਾਜ ਜੀ ਸਭ ਨੂੰ ਤੰਦਰੁਸਤੀਆਂ, ਖੁਸ਼ੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਦੇਸ਼ ਪ੍ਰਦੇਸ਼ ਬੱਚਿਆਂ ਦੇ ਕਾਰਜ ਰਾਸ ਕਰਨ, ਹਾਜ਼ਰੀ ਪ੍ਰਵਾਨ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।